अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरविंद एकंकार सतगुरु तेह प्रसाद सच होए। वाहिगुरु जी की फतेह विघ्न विनाशन सोए। श्री गुर शब्द कमाए जिन जीते पंच विकार तिन संतन को बंदना सिर चरणन पर तार। कहा बुद्ध प्रभ तुच्छ हमारी वर्ण सकह महिमा जो तिहारी। हम ना सकत कर सिफत तुम्हारी आप लेहो तुम कथा सुधारी। सो कहो टल गुर सेविया अहनिस सहज सुभाए। दर्शन परसै गुरु कै जन्म मरण दुख जाए। सतनाम श्री वाहिगुरु साहिब जी। शब्दी शब्द में पद करे सपद विष का जाप। अठावें सतह दूर को हुए बजर सम पाप। तोरा शब्दी शब्द में पद करे सपद विष का जाप। वाहिगुरु जी का खालसा वाहिगुरु जी की फतेह। परम सत्कारयोग सतगुरां दी साजी नवाजी गुरु प्यारी गुरु सवारी साध संगत जीओ। सतगुरु जुगो जुग अटल गुरता गद्दी ते शुभाएमान। दसां पातशाहियां दी आत्मक जोत बाणी गुरु शब्द गुरु धन धन साहिब श्री गुरु ग्रंथ साहिब महाराज सच्चे पातशाह जी दी पवित्र हजूरी अंदर जुड़ बैठ के संध्या दे समय हाजरियां भरन दा सुभाग प्राप्त हो रहा है। सतगुरां दे पवित्र अस्थान गुरुद्वारा शहीद बाबा निहाल सिंह जी नगर तलन विखे गुरु की बाणी का कीर्तन रहरा साहब का पाठ उपरंत सतगुरां दे दर ते चल रही लड़ीवार इतिहास की कथा दे विच आपां हाज़री भर रहे हाँ। गरीब नवाज सच्चे पातशाह जी की किरपा का सदका श्री गुरप्रताप सूरज ग्रंथ की 5वीं रुत जिस विच भाई साहब भाई संतोख सिंह जी चूड़ामणि कवि ने सतगुरां दा सुंदर इतिहास बाकी पोथियां दे वांग ही बड़ी लगन दे नाल मेहनत दे नाल सुंदर छंदाबंदी दे विच कथन कीता है। आपां सरवण कर रहे सी। सतगुरु श्री गुरु गोबिंद सिंह साहिब जी महाराज सच्चे पातशाह जी के चरणों विच विद्वान कवि जन बैठे हैं। बृज लाल विद्वान ने आके दसिया कि सतगुरु सच्चे पातशाह जी मैनू सुपने दे विच सतगुरु नानक देव जी महाराज तथा पंचम पातशाह सतगुरु श्री गुरु अर्जन देव महाराज जी के दर्शन होए, जिन्हां ने मैनू जपजी साहिब की सारी महिमा जपजी साहिब की कली कली पौड़ी की व्याख्या
ਜਪਜੀ ਸਾਹਿਬ ਦੇ ਇਕੱਲੀ ਇਕੱਲੀ ਪੌੜੀ ਦਾ ਮਹਾਤਮ ਕੀ ਹੈ, ਇਸ ਨੂੰ ਪੜ੍ਹਨ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ, ਕਿਵੇਂ ਪੜ੍ਹਨਾ ਹੈ, ਉਹ ਸਾਰੀ ਵਿਧੀ ਸਾਰੇ ਸਾਧਨ ਚੰਗੀ ਤਰ੍ਹਾਂ ਸਮਝਾਏ ਹਨ। ਸੋ ਆਪਾਂ ਕੱਲ ਸਰਵਣ ਕੀਤਾ ਜਪਜੀ ਸਾਹਿਬ ਦਾ ਪਾਠ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ 38 ਪੌੜੀਆਂ ਸ਼ੁਰੂਆਤ ਦੇ ਵਿੱਚ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਅਤੇ ਭੋਗ ਦੇ ਉੱਤੇ ਜਪਜੀ ਸਾਹਿਬ ਦੇ ਅੰਤ ਦੇ ਉੱਤੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਜੋ ਉਚਾਰਨ ਕੀਤਾ ਹੈ, ਸੋ ਆਪਾਂ ਆਮ ਗਿਣਤੀ ਵਿੱਚ ਕਹਿੰਦੇ ਹਾਂ ਕਿ 38 ਪੌੜੀਆਂ ਹਨ, ਪਰ ਕਵੀ ਜੀ ਨੇ ਪਹਿਲਾ ਜੋ ਮੂਲ ਮੰਤਰ ਆਉਂਦਾ ਹੈ ਉਸ ਨੂੰ ਇੱਕ ਪੌੜੀ 1 ਨੰਬਰ ਦੇ ਉੱਤੇ ਰੱਖਿਆ ਹੈ, ਅਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਸੋਚੈ ਸੋਚ ਨਾ ਹੋਵਈ ਤੋਂ 2 ਨੰਬਰ ਤਰਤੀਬ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ 38ਵੀਂ ਪੌੜੀ ਨੂੰ 39 ਨੰਬਰ ਅਤੇ ਸ਼ਲੋਕ ਨੂੰ 40 ਨੰਬਰ ਪੌੜੀ ਗਿਣਦੇ ਹਨ। ਸੋ ਉਸ ਦੇ ਤਹਿਤ ਆਪਾਂ ਸਰਵਣ ਕੀਤਾ ਕਿ ਜਪਜੀ ਸਾਹਿਬ ਦੀ ਜੋ ਪਹਿਲੀ ਪੌੜੀ ਹੈ ਭਾਵ ਮੂਲ ਮੰਤਰ ਹੈ, ਇਸ ਨੂੰ ਜਪਣ ਦੇ ਨਾਲ ਸਾਰੀਆਂ ਕਾਮਨਾਵਾਂ ਸੰਪੂਰਨ ਹੁੰਦੀਆਂ ਹਨ। ਪਾਠ ਕਰਨ ਵਾਲੇ ਦੇ ਹਰ ਪ੍ਰਕਾਰ ਦੇ ਵਿਘਨ, ਵੱਡੇ ਤੋਂ ਵੱਡੇ ਵਿਘਨ ਜਿਹੜੇ ਹਨ ਉਹ ਨਾਸ਼ ਹੋ ਜਾਂਦੇ ਹਨ। ਇਸੇ ਤਰ੍ਹਾਂ ਜੇ ਮਨ ਦੇ ਵਿੱਚ ਕੋਈ ਆਸ਼ਾ ਹੈ, ਕੋਈ ਭਾਵਨਾ ਹੈ, ਕੋਈ ਉਮੰਗ ਹੈ, ਚਾਹਤ ਹੈ, ਤਮੰਨਾ ਹੈ, ਉਹਨੂੰ ਪੂਰਨ ਕਰਨ ਦੇ ਲਈ ਦੂਜੀ ਪੌੜੀ ਜੋ ਕਵੀ ਜੀ ਨੇ ਪਹਿਲਾਂ ਦੂਜੀ ਪੌੜੀ ਆਦਿ ਸੱਚ ਜੁਗਾਦ ਸੱਚ ਨੂੰ ਆਖਿਆ ਹੈ, ਸੋ ਇਸ ਨੂੰ ਪੜ੍ਹਨਾ ਕਰੇ। ਉਸ ਤੋਂ ਬਾਅਦ ਫਿਰ ਦੂਜੀ ਪੌੜੀ ਹੀ ਉਹਨਾਂ ਨੇ ਸੋਚਿਆ ਸੋਚ ਵਾਲੀ ਪੌੜੀ ਨੂੰ ਕਹਿ ਦਿੱਤਾ। ਔਰ ਦੇਵ ਮੰਤਰ ਅਰ ਚਲਨ ਮੈਂ ਔਸ਼ਧ ਰਸਾਇਣ ਸ਼ਾਮ, ਕਹਿੰਦੇ ਕਿ ਆਪਣੇ ਇਸ਼ਟ ਦੇ ਆਵਾਹਨ ਦੇ ਲਈ, ਦਰਸ਼ਨ ਕਰਨ ਦੇ ਲਈ, ਔਰ ਜਦੋਂ ਕਿਸੇ ਪਾਸੇ ਯਾਤਰਾ ਕਰਨੀ ਹੈ, ਚੱਲਣਾ ਹੈ, ਉਦੋਂ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਵਾਲੀ ਪੌੜੀ ਪੜ੍ਹੇ ਤੇ ਗੁਰੂ ਪਾਤਸ਼ਾਹ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਆ। ਇਸੇ ਤਰ੍ਹਾਂ ਕੋਈ ਦਵਾਈ ਸ਼ੁਰੂ ਕਰਨੀ ਹੈ, ਕੋਈ ਰਸਾਇਣ ਬਣਾਉਣੀ ਹੈ, ਰਸਾਇਣ ਦਾ ਸੇਵਨ ਕਰਨਾ ਹੈ, ਗੁਰੂ ਦੀ ਸ਼ਰਨ ਜਾਣਾ ਹੈ, ਤਾਂ ਉਸ ਤੋਂ ਅਗਲੀ ਜਿਹੜੀ ਕਵੀ ਜੀ ਦੀ ਤਰਤੀਬ ਅਨੁਸਾਰ ਤੀਜੀ ਪੌੜੀ ਬਣਦੀ ਹੈ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਇਸ ਪੌੜੀ ਦਾ ਜਾਪ ਕਰੇ। ਜਦੋਂ ਕੋਈ ਵਿਪਤਾ ਪੈ ਜਾਏ, ਕੋਈ ਕਾਰਜ ਅਟਕ ਜਾਵੇ, ਹਾਨੀ ਹੀ ਹਾਨੀ ਹੋਵੇ, ਘਾਟਾ ਹੀ ਘਾਟਾ ਪੈਂਦਾ ਹੋਵੇ, ਤਾਂ ਫਿਰ ਕਹਿੰਦੇ ਉਸ ਤੋਂ ਅਗਲੀ ਪੌੜੀ ਗਾਵੈ ਕੋ ਤਾਣ, ਹੋਵੈ ਕਿਸੈ ਤਾਣ, ਗਾਵੈ ਕੋ ਦਾਤ, ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਇਸ ਪੌੜੀ ਦਾ ਜਾਪ ਕਰੇ। ਤੇ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋ ਦਸਵੰਧ ਭੇਟਾ ਹੈ ਉਹ ਅਰਪਣ ਕਰੇ ਤੇ ਹਰ ਪ੍ਰਕਾਰ ਦੇ ਕਾਰਜ ਰਾਸ ਹੋਣਗੇ। ਨਵਾਂ ਘਰ ਬਣਾਇਆ, ਨਵੇਂ ਘਰ ਵਿੱਚ ਪ੍ਰਵੇਸ਼ ਕਰਨਾ ਜਾਂ ਨਵਾਂ ਗੁਣ ਕੋਈ ਸਿੱਖਣਾ ਚਾਹੁੰਦਾ ਹੈ ਤਾਂ ਇਸ ਤੋਂ ਅਗਲੀ ਜਿਹੜੀ ਚੌਥੀ ਪੌੜੀ ਹੈ ਸੋ ਉਸ ਦਾ ਜਾਪ, ਚੌਥੀ ਪੌੜੀ ਦਾ ਜਾਪ ਜਿਹੜੀ ਹੈ ਗਾਵੈ ਕੋ ਤਾਣ ਵਾਲੀ ਪੌੜੀ ਹੈ, ਇਸ ਦਾ ਜਾਪ ਕਰ। ਗਾਵੈ ਕੋ ਤੋਂ ਅਗਲੀ ਜਿਹੜੀ ਸਾਚਾ ਸਾਹਿਬ ਸਾਚ ਨਾਏ, ਇਸ ਪੌੜੀ ਦਾ ਜਾਪ ਕਰ। ਤੇ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਦਮ ਵਾਸਤੇ ਪੰਜਵੀਂ ਪੌੜੀ ਦੱਸਦੇ ਹਨ। ਜਿਹੜੀ ਪੰਜਵੀਂ ਪੌੜੀ ਹੈ ਉਸ ਦਾ ਜਾਪ ਕਰੋ। ਤੇ ਇਸੇ ਪ੍ਰਕਾਰ ਕਹਿੰਦੇ ਜੋ ਛੇਵੀਂ ਪੌੜੀ, ਜਦੋਂ ਕੋਈ ਯੁੱਧ ਦੇ ਵਿੱਚ ਚੜ੍ਹਨਾ ਹੈ ਤਾਂ ਉਸ ਵੇਲੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ। ਇਸ ਪੌੜੀ ਦਾ ਜਾਪ ਕਰੋ। ਤੇ ਸਪਤਮ ਬੰਧ, ਜਦੋਂ ਕੋਈ ਬੰਧਨ ਪੈ ਜਾਵੇ, ਤੈਨੂੰ ਆਪ ਨੂੰ ਗੁਰੂ ਕੇ ਸਿੱਖਾ ਕੋਈ ਬੰਧਨ ਪਵੇ ਜਾਂ ਤੇਰਾ ਕੋਈ ਸਕਾ ਸੰਬੰਧੀ ਉਹ ਕਿਸੇ ਬੰਧਨ ਵਿੱਚ ਪੈ ਗਿਆ, ਕਿਸੇ ਜੇਲ੍ਹ ਵਿੱਚ ਚਲਿਆ ਗਿਆ, ਤੇ ਉਹਦੀ ਮੁਕਤੀ ਲਈ ਬੰਦ ਖਲਾਸੀ ਭਾਣਾ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਣੇ ਵਿੱਚ ਰਹਿੰਦਿਆਂ ਹੋਇਆਂ ਕਹਿੰਦੇ ਸੱਤਵੀਂ ਪੌੜੀ ਦਾ ਜਾਪ ਕਰ। ਜਿਹੜੀ ਕਵੀ ਜੀ ਦੀ ਤਰਤੀਬ ਅਨੁਸਾਰ ਬਣਦੀ ਹੈ ਸੱਤਵੀਂ ਪੌੜੀ, ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕਿਵੇਂ ਲੈ ਲਈ। ਤਾਂ ਇਸੇ ਪ੍ਰਕਾਰ ਕਹਿੰਦੇ ਅਟਕੀ ਨਾਰੀ ਆਠਵੀਂ, ਜਦੋਂ ਕਿਸੇ ਬੀਬੀ ਦੇ ਕੋਈ ਬੱਚੇ ਨੂੰ ਉਹਨੇ ਜਨਮ ਦੇਣਾ ਹੈ ਤੇ ਉਹ ਜਨਮ ਦੇਣ ਦੇ ਵਿੱਚ ਕੋਈ ਰੁਕਾਵਟ ਪੈ ਜਾਵੇ, ਕੋਈ ਸਰੀਰਕ ਤਕਲੀਫ ਹੋ ਜਾਵੇ
ਤਾਂ ਕਹਿੰਦੇ ਉਸ ਵੇਲੇ 8ਵੀਂ ਪੌੜੀ ਦਾ ਜਾਪ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿ ਇਸ ਪੌੜੀ ਦਾ ਜਾਪ ਕਰ। ਇਤਿਹਾਸ ਦੇ ਵਿੱਚ ਵਰਣਨ ਆਉਂਦਾ ਹੈ, ਜੋ ਔਰੰਗਜ਼ੇਬ ਬਾਦਸ਼ਾਹ ਸੀ, ਕਹਿੰਦੇ ਉਸ ਦੀ ਬੇਗਮ ਨੂੰ ਵੀ ਇੱਕ ਵਾਰ ਅਟਕ ਪੈ ਗਈ ਸੀ ਜਦੋਂ ਬਹਾਦਰ ਸ਼ਾਹ ਦਾ ਜਨਮ ਹੋਣ ਵਾਲਾ ਸੀ। ਰੁਕਾਵਟ ਪੈ ਗਈ, ਬੱਚੇ ਦਾ ਜਨਮ ਨਾ ਹੋਵੇ, ਤਾਂ ਔਰੰਗਜ਼ੇਬ ਨੇ ਉਸ ਵੇਲੇ ਗੁਰੂ ਕਾ ਸਾਹਿਬਜ਼ਾਦਾ ਜਾਣ ਕੇ ਬਾਬਾ ਰਾਮ ਰਾਏ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਬਾਬਾ ਰਾਮ ਰਾਏ ਜੀ, ਤੁਸੀਂ ਗੁਰੂ ਕੇ ਸਪੁੱਤਰ ਹੋ, ਕੋਈ ਉਪਾਅ ਕਰੋ। ਤਾਂ ਉਸ ਵੇਲੇ ਬਾਬਾ ਰਾਮ ਰਾਏ ਜੀ ਨੇ ਦਇਆ ਕਰਕੇ, ਤਰਸ ਕਰਕੇ ਜਪਜੀ ਸਾਹਿਬ ਦਾ ਪਾਠ ਜਲ ਦੇ ਉੱਤੇ ਪੜ੍ਹ ਕੇ ਤੇ ਇਹ ਆਖਿਆ ਸੀ ਕਿ ਆਪਣੀ ਬੇਗਮ ਨੂੰ ਛਕਾ ਦਿਓ। ਜਦੋਂ ਬੇਗਮ ਨੂੰ ਛਕਾਇਆ ਗਿਆ ਤੇ ਗੁਰਮੁਖ ਪਿਆਰਿਓ, ਉਸ ਵੇਲੇ ਫਿਰ ਬਹਾਦਰ ਸ਼ਾਹ ਦਾ ਜਨਮ ਹੋਇਆ ਸੀ। ਤੇ ਆਪ ਜੀ ਨੂੰ ਪਤਾ ਹੈ, ਔਰੰਗਜ਼ੇਬ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਕੱਟੜ ਦੁਸ਼ਮਣੀ ਰੱਖਦਾ ਰਿਹਾ, ਪਰ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਗੁਰੂ ਘਰ ਪ੍ਰਤੀ ਆਸਥਾ ਸੀ, ਸ਼ਰਧਾ ਸੀ। ਉਹ ਇਸੇ ਕਾਰਨ ਸੀ ਕਿ ਉਹਦੇ ਜਨਮ ਸਮੇਂ ਹੀ ਉਹਨੂੰ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਜੋ ਜਲ ਛਕਾਇਆ ਗਿਆ, ਸੋ ਉਹ ਜਪਜੀ ਸਾਹਿਬ ਦੇ ਪਾਠ ਦਾ ਹੀ ਅਸਰ ਸੀ ਕਿ ਹਮੇਸ਼ਾ ਹੀ ਉਹਦੀ ਗੁਰੂ ਘਰ ਦੇ ਉੱਤੇ ਭਾਵਨਾ ਬਣੀ ਰਹੀ। ਸੋ ਇਸ ਪ੍ਰਕਾਰ ਜੇ ਕੋਈ ਅਟਕ ਆ ਜਾਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ 8ਵੀਂ ਪੌੜੀ ਦਾ ਜਾਪ ਕਰ। ਨਾਮੀ ਮੰਤਰ ਹੈ ਸੰਧ। ਜੇ ਤੇਰੇ ਉੱਤੇ ਕਿਸੇ ਨੇ ਕੋਈ ਮੰਤਰ ਪੜ੍ਹਿਆ ਤੈਨੂੰ ਆਪਣੇ ਵੱਸ ਵਿੱਚ ਕਰਨ ਦੇ ਲਈ, ਤੇਰਾ ਨੁਕਸਾਨ ਕਰਨ ਦੇ ਲਈ, ਉਸ ਮੰਤਰ ਨੂੰ ਸੰਧਣ ਦੇ ਵਾਸਤੇ, ਉਸ ਮੰਤਰ ਦੇ ਅਸਰ ਨੂੰ ਖਤਮ ਕਰਨ ਦੇ ਵਾਸਤੇ, ਕਹਿੰਦੇ ਫਿਰ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ। ਇਸ ਪੌੜੀ ਦਾ ਜਾਪ ਕਰ। ਮੰਤਰ ਦਾ ਤੇਰੇ ਉੱਤੇ ਅਸਰ ਨਹੀਂ ਹੋਵੇਗਾ। 10ਵੀਂ ਦੱਸਦੇ ਵਣਜ ਜੈ। ਜਦੋਂ ਤੂੰ ਵਣਜ ਵਪਾਰ ਕਰਨਾ, ਕੋਈ ਬਿਜ਼ਨਸ ਕਰਦਾ ਹੈ ਤੇ ਉਹਦੇ ਵਿੱਚ ਵਿਜয়ੀ ਹੋਣਾ ਚਾਹੁੰਦਾ, ਬਿਜ਼ਨਸ ਦੇ ਵਿੱਚ ਸਫਲ ਹੋਣਾ ਚਾਹੁੰਦਾ, ਵਪਾਰ ਦੇ ਵਿੱਚ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ ਕਿ ਉਸ ਵੇਲੇ 10ਵੀਂ ਪੌੜੀ ਦਾ ਭਾਵ ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਇਸ ਪੌੜੀ ਦਾ ਜਾਪ ਕਰ। ਤੇ ਇਸੇ ਪ੍ਰਕਾਰ 11ਵੀਂ ਪੌੜੀ ਦਾ ਜਾਪ ਖਿੱਚ ਕੇ ਉਸ ਵੇਲੇ ਕਰਨਾ, ਦ੍ਰਿੜਤਾ ਦੇ ਸਹਿਤ ਉਸ ਵੇਲੇ ਕਰਨਾ ਹੈ ਜਦੋਂ ਤੂੰ ਸੌਦਾਗਰੀ ਵਾਸਤੇ ਕਿਸੇ ਪਾਸੇ ਚੜ੍ਹੇ, ਕਿਸੇ ਹੋਰ ਦੇਸ਼ ਵਿੱਚ ਜਾਂ ਕਿਸੇ ਦੂਸਰਾਡੇ ਦੇ ਸ਼ਹਿਰ ਵੱਲ ਜਾਵੇਂ, ਉੱਥੋਂ ਸਸਤੀਆਂ ਵਸਤੂਆਂ ਖਰੀਦ ਕੇ ਲਿਆ ਕੇ ਤੇ ਆਪਣੇ ਇਲਾਕੇ ਵਿੱਚ ਉਹਨਾਂ ਨੂੰ ਮਹਿੰਗੇ ਭਾਅ ਵੇਚਣ ਦਾ ਤੂੰ ਉਦਮ ਕਰੇ। ਉਹ ਕਿਰਿਆ ਵਿਕਿਰਿਆ ਦੇ ਵਿੱਚ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ 11ਵੀਂ ਪੌੜੀ ਦਾ ਜਾਪ ਕਰ, ਜਿਹੜੀ ਕਵੀ ਜੀ ਦੀ ਤਰਤੀਬ ਅਨੁਸਾਰ 11ਵੀਂ ਪੌੜੀ ਬਣਦੀ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 860 ਕਾ ਇਸਨਾਨ, ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਇਹ 11ਵੀਂ ਪੌੜੀ ਜਪਜੀ ਸਾਹਿਬ ਦੀ 10ਵੀਂ ਪੌੜੀ ਹੈ, ਪਰ ਮੂਲ ਮੰਤਰ ਨੂੰ ਵਿੱਚੇ ਗਿਣ ਕੇ ਕਵੀ ਜੀ ਇਹਨੂੰ 11ਵੀਂ ਗਿਣ ਰਹੇ ਆ। ਸੋ ਕਹਿੰਦੇ ਇਸ ਪ੍ਰਕਾਰ ਇਹ 11ਵੀਂ ਪੌੜੀ ਦਾ ਪਾਠ ਕਰ। ਤੇ 12ਵੀਂ ਪੌੜੀ ਦਾ ਪਾਠ ਉਦੋਂ ਕਰ ਜਦੋਂ ਤੈਨੂੰ ਕੋਈ ਆਦੀ ਵਿਆਧੀ ਉਪਾਧੀ ਤਿੰਨਾਂ ਤਰ੍ਹਾਂ ਦੇ ਰੋਗਾਂ ਵਿੱਚੋਂ ਕੋਈ ਚਿੰਬੜ ਜਾਵੇ। ਕੋਈ ਮਾਨਸਿਕ ਰੋਗ ਆਦੀ, ਤੇ ਕੋਈ ਸਰੀਰਕ ਰੋਗ ਵਿਆਧੀ, ਤੇ ਇਸੇ ਤਰ੍ਹਾਂ ਕੋਈ ਦੁਸ਼ਮਣ ਆ ਪਵੇ, ਕੋਈ ਆਪਦਾ ਵਿਪਦਾ ਉੱਪਰੋਂ ਆ ਪਵੇ, ਤੇਰੇ ਤੇ ਵਾਰ ਕਰ ਦੇਵੇ ਆ ਕੇ, ਤੇ ਉਹਦੇ ਬਚਾਅ ਦੇ ਵਾਸਤੇ ਕਹਿੰਦੇ ਤੂੰ ਇਸ 12ਵੀਂ ਪੌੜੀ ਦਾ ਜਾਪ ਕਰ, ਜਿਹੜੀ ਬਣਦੀ ਹੈ ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਇਸ ਪੌੜੀ ਦਾ ਜਾਪ ਕਰ। ਇਸੇ ਤਰ੍ਹਾਂ ਕਹਿੰਦੇ 13ਵੀਂ ਪੌੜੀ ਦਾ ਜਾਪ ਜਦੋਂ ਸਿੱਧਨ ਭਜੈ ਕਾਰਜ ਰਾਜ ਸਰਾਸ। ਕੋਈ ਸਿੱਧੀ ਰਿੱਧੀ ਸਿੱਧੀ ਤੂੰ ਪ੍ਰਾਪਤ ਕਰਨੀ ਹੈ, ਉਹਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਬੰਦਗੀ ਕਰਦਿਆਂ ਕਰਦਿਆਂ, ਜਾਂ ਤੇਰਾ ਕੋਈ ਰਾਜਨੀਤਿਕ ਕੰਮ ਅੜਿਆ ਹੋਇਆ, ਤੂੰ ਕਿਸੇ ਰਾਜਨੀਤਿਕ ਨੂੰ ਮਿਲਣ ਜਾਣਾ, ਉਹ ਕਾਰਜ ਨੂੰ ਰਾਸ ਕਰਨ ਵਾਸਤੇ 13ਵੀਂ ਪੌੜੀ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਇਸ ਪੌੜੀ ਦਾ ਜਾਪ ਕਰ। ਤੇ ਇਸੇ ਪ੍ਰਕਾਰ ਫਿਰ ਅੱਗੇ ਦੱਸਿਆ ਕਿ ਜੇਕਰ ਤੇਰੇ ਤੇ ਕੋਈ ਜੰਤਰ, ਕੋਈ ਧਾਗਾ ਤਵੀਤ ਆਦਿ ਕਰਕੇ ਕੋਈ ਤੇਰਾ ਨੁਕਸਾਨ ਕਰਨਾ ਚਾਹੁੰਦਾ ਹੈ, ਤੇ ਉਸ ਵੇਲੇ ਕਹਿੰਦੇ 14ਵੀਂ ਪੌੜੀ ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਾਵਨ ਕੀ ਸੁਧ। ਇਸ ਪੌੜੀ ਦਾ ਜਾਪ ਕਰ। ਕੋਈ ਤੇਰੇ ਤੇ ਮਾੜਾ ਅਸਰ ਕਿਸੇ ਦੇ ਕੀਤੇ ਕਰਾਏ ਦਾ ਨਹੀਂ ਹੋਵੇਗਾ। ਤੇ ਪੰਚਦਸੀ
ਜਿਹੜੀ ਹੈਗੀ ਆ 15ਵੀਂ, ਜੇ ਕੋਈ ਭੂਤ ਪ੍ਰੇਤ ਦੀ ਛਾਇਆ ਤੈਨੂੰ ਤੰਗ ਕਰਦਾ ਹੈ ਤਾਂ 15ਵੀਂ ਪੌੜੀ ਦਾ ਜਾਪ ਕਰ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ। ਇਸ ਪੌੜੀ ਦਾ ਜਾਪ ਸਤਿਗੁਰੂ ਨੇ ਦੱਸਿਆ ਵਿਧੀ ਪੂਰਵਕ। ਇਸੇ ਪ੍ਰਕਾਰ 16ਵੀਂ ਪੌੜੀ ਜੋ ਹੈ ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਇਸ ਪੌੜੀ ਦਾ ਜਾਪ ਕਦੋਂ ਕਰਨਾ ਹੈ? ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਡਾਇਣ ਇਤਿਆਦਿਕ ਤੈਨੂੰ ਤੰਗ ਕਰੇ, ਕੋਈ ਨਜ਼ਰ ਵਗੈਰਾ ਲੱਗ ਜਾਏ ਤਾਂ ਇਸ ਪੌੜੀ ਦਾ ਜਾਪ ਕਰ। ਇਸੇ ਤਰ੍ਹਾਂ 17ਵੀਂ ਪੌੜੀ, ਜਦੋਂ ਤੂੰ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਆਪਣੇ ਵੱਲ ਤੇ ਲੋਕਾਂ ਦਾ ਪ੍ਰੇਮ ਪਾਉਣ ਦੇ ਲਈ, ਲੋਕਾਂ ਦੇ ਵਿੱਚ ਆਕਰਸ਼ਣ ਬਣਾਉਣ ਦੇ ਲਈ, ਕਹਿੰਦੇ ਇਹ 17ਵੀਂ ਪੌੜੀ ਜੋ ਪੰਜ ਪ੍ਰਵਾਨ, ਪੰਜ ਪ੍ਰਧਾਨ ਵਾਲੀ ਹੈ, ਇਸ ਦਾ ਵਿਧੀ ਪੂਰਵਕ ਜਾਪ ਕਰੀ। ਇਸੇ ਤਰ੍ਹਾਂ ਜੋ 18ਵੀਂ ਪੌੜੀ ਅਸੰਖ ਜਪ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਇਸ ਪੌੜੀ ਦਾ ਜਾਪ ਕਰ। ਇਸ ਦੇ ਨਾਲ ਕੀ ਹੋਵੇਗਾ ਕਿ ਜਿਹੜੀ ਤੂੰ 18 ਪ੍ਰਕਾਰ ਦੀ ਵਿੱਦਿਆ ਦੀ ਪ੍ਰਾਪਤੀ ਕਰਨੀ ਚਾਹੁੰਦਾ ਨਾ, ਵਿੱਦਿਆ ਦੀ ਪ੍ਰਾਰੰਭਤਾ ਕਰਨ ਵੇਲੇ ਇਹ ਪੌੜੀ ਦਾ ਜਾਪ ਵਿਧੀ ਪੂਰਵਕ ਕਰ ਤੇ ਤੈਨੂੰ ਹਰ ਪ੍ਰਕਾਰ ਦੀ ਵਿੱਦਿਆ ਭਲੀ ਪ੍ਰਕਾਰ ਕਰਕੇ ਸਫੁਰਨ ਹੋ ਜਾਵੇਗੀ। ਤੂੰ ਨਿਰਮਲ ਬੁੱਧੀ ਵਾਲਾ ਬਣ ਜਾਏਗਾ, ਵਿੱਦਿਆ ਵਿੱਚ ਵਾਧਾ ਹੋਵੇਗਾ ਤੇ ਸੁਚੇਤ ਬਣ ਜਾਏਗਾ। ਇਸ਼ਾਰੇ ਦੇ ਨਾਲ ਹੀ ਹਰ ਪ੍ਰਕਾਰ ਦੀ ਵਿੱਦਿਆ ਨੂੰ, ਹਰ ਪ੍ਰਕਾਰ ਦੇ ਗਿਆਨ ਨੂੰ ਸਮਝਣ ਵਾਲਾ ਹੋ ਜਾਏਗਾ। ਤੇ ਇਸੇ ਪ੍ਰਕਾਰ 6 ਮਹੀਨਿਆਂ ਦੇ ਵਿੱਚ ਕਹਿੰਦੇ ਤੇਰੀ ਵਿੱਦਿਆ ਦੇ ਵਿੱਚ ਬਹੁਤ ਵਾਧਾ ਹੋਏਗਾ। ਫਿਰ ਜਿਹੜੀ 19ਵੀਂ ਪੌੜੀ ਹੈ ਸੁੰਨੀ ਯੋਗ, ਜੋ ਸੁੰਨ ਅਵਸਥਾ ਵਾਲਾ, ਅਫੁਰ ਅਵਸਥਾ ਵਾਲਾ ਪਾਰ ਬ੍ਰਹਮ ਪਰਮੇਸ਼ਰ ਹੈ, ਉਹਦੇ ਵਿੱਚ ਤੂੰ ਯੋਗ ਜੁੜਨਾ ਚਾਹੁੰਦਾ ਹੈ, ਉਹਦੇ ਵਿੱਚ ਮਨ ਨੂੰ ਜੋੜਨਾ ਚਾਹੁੰਦਾ ਹੈ ਤਾਂ ਕਹਿੰਦੇ 19ਵੀਂ ਪੌੜੀ ਦਾ ਜਾਪ ਕਰ, ਜਿਹੜੀ ਤਰਤੀਬ ਅਨੁਸਾਰ, ਕਵੀ ਜੀ ਦੀ ਤਰਤੀਬ ਅਨੁਸਾਰ ਬਣਦੀ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ ਵਾਲੀ ਪੌੜੀ, ਇਹਦਾ ਵਿਧੀ ਪੂਰਵਕ ਜਾਪ ਕਰ। ਤੇ ਇਸੇ ਪ੍ਰਕਾਰ ਬਿੰਸੀ ਨਾਰ ਸੰਜੋਗ, ਕਹਿੰਦੇ 20ਵੀਂ ਪੌੜੀ ਜਿਹੜੀ ਬਣਦੀ ਹੈ ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਹੈ ਸਿਰ ਭਾਰ ਹੋਏ। ਇਸ ਪੌੜੀ ਦਾ ਜਾਪ ਕਰੇਗਾ ਤਾਂ ਤੈਨੂੰ ਬਹੁਤ ਚੰਗੇ ਸੁਭਾਅ ਵਾਲੀ, ਉੱਚ ਆਚਰਣ ਵਾਲੀ, ਆਗਿਆਕਾਰੀ ਘਰ ਵਾਲੀ ਦਾ ਮਿਲਾਪ ਹੋਵੇਗਾ। ਤੇਰਾ ਐਸੇ ਚੰਗੀ ਜਗ੍ਹਾ ਦੇ ਉੱਤੇ ਰਿਸ਼ਤਾ ਨਾਤਾ ਜੁੜੇਗਾ। ਸੋ ਇਸੇ ਪ੍ਰਕਾਰ 20 ਪੌੜੀਆਂ ਦਾ ਇੱਥੋਂ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਤੇ ਸੰਤਤ ਹਿੱਤ 21ਵੀਂ, ਕਹਿੰਦੇ ਜੇ ਤੂੰ ਸ਼ੁਭ ਸੰਤਾਨ ਚਾਹੁੰਦਾ, ਰਿਸ਼ਟ ਪੁਸ਼ਟ ਅਰੋਗ ਸੰਤਾਨ ਚਾਹੁੰਦਾ, ਚੰਗੀ ਬੁੱਧੀ ਵਾਲੀ ਔਰ ਚੰਗੇ ਰਿਸ਼ਟ ਪੁਸ਼ਟ ਸਰੀਰ ਵਾਲੀ ਔਲਾਦ ਚਾਹੁੰਦਾ ਤਾਂ ਫਿਰ ਕਹਿੰਦੇ 21ਵੀਂ ਪੌੜੀ ਦਾ ਜਾਪ ਕਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇਹ। ਇਸ ਪੌੜੀ ਦਾ ਜਾਪ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਰੇਗਾ ਤੇ ਤੇਰੀ ਸੰਤਾਨ ਕੋਈ ਲੰਗੜਾ ਲੂਲਾ ਨਹੀਂ ਪੈਦਾ ਹੋਊਗਾ, ਕੋਈ ਅੱਖੋਂ ਮੁਨਾਖਾ ਨਹੀਂ ਪੈਦਾ ਹੋਊਗਾ, ਕੋਈ ਸਰੀਰਕ ਤੌਰ ਦੇ ਉੱਤੇ ਘਾਟੇ ਵਾਲਾ ਬੱਚਾ ਪੈਦਾ ਨਹੀਂ ਹੋਊਗਾ, ਅਰੋਗ ਬੱਚੇ ਪੈਦਾ ਹੋਣਗੇ। ਤੇ ਇਸੇ ਤਰ੍ਹਾਂ ਮ੍ਰਿਤ ਸੁੱਤ 22ਵੀਂ ਯੋਗ, ਕਹਿੰਦੇ 22ਵੀਂ ਪੌੜੀ ਪੜ੍ਹਨੀ ਯੋਗ ਹੈ ਜਿਨ੍ਹਾਂ ਦੇ ਪੁੱਤਰਾਂ ਦੀ ਮੌਤ ਹੋ ਜਾਂਦੀ ਹੋਵੇ, ਮਾਤਾ ਦੇ ਪੇਟ ਦੇ ਵਿੱਚ ਜਨਮ ਲੈਣ ਤੋਂ ਪਹਿਲਾਂ ਹੀ ਜਾਂ ਜਨਮ ਲੈਂਦਿਆਂ ਸਾਰ ਹੀ, ਜਾਂ ਜੇ ਕਿਸੇ ਨੂੰ ਅਠਰਾਹੇ ਦੀ ਬਿਮਾਰੀ ਕਿਸੇ ਬੀਬੀ ਨੂੰ ਹੋ ਜਾਵੇ ਤਾਂ ਕਹਿੰਦੇ ਉਹਦੇ ਉਪਾਅ ਦੇ ਲਈ ਇਹ ਜਿਹੜੀ 22ਵੀਂ ਪੌੜੀ ਹੈ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ, ਇਸ ਪੌੜੀ ਦਾ ਭਲੀ ਪ੍ਰਕਾਰ ਵਿਧੀ ਪੂਰਵਕ ਜਾਪ ਕਰ। ਤੇ ਕਹਿੰਦੇ ਹਰ ਪ੍ਰਕਾਰ ਦਾ ਜਿਹੜਾ ਵਿਘਨ ਕਲੇਸ਼ ਨਾਸ਼ ਹੋ ਕੇ ਤੇਰੇ ਘਰ ਦੇ ਵਿੱਚ ਅਰੋਗ ਸੰਤਾਨ ਦੀ ਪੈਦਾਇਸ਼ ਹੋਵੇਗੀ। ਇਸੇ ਤਰ੍ਹਾਂ ਜਿਹੜੀ ਹੈ ਅੱਗੇ 23ਵੀਂ ਪੌੜੀ, ਇੱਥੋਂ ਕਰ ਰਹੇ ਜੀ ਸ਼ੁਰੂ ਆਪਾਂ ਅੱਜ। ਅੱਛਾ ਇੱਕ ਕੱਲ ਸੀ ਹਾਂ 23 ਰਿਦਨ ਅਖੁੱਟ ਮੈਂ। ਹਾਂ 23ਵੀਂ ਪੌੜੀ ਹੈ ਜਿਹੜੀ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਇਸ ਪੌੜੀ ਦਾ ਜਾਪ ਗੁਰੂ ਕੇ ਸਿੱਖਾ ਤੂੰ ਵਿਧੀ ਪੂਰਵਕ ਕਰੇਗਾ ਤੇ ਰਿਦਨ ਅਖੁੱਟ ਰਿੰਨੇ ਹੋਏ ਆਨੰਦ ਦੇ ਵਿੱਚ ਬਰਕਤ ਪਵੇਗੀ। ਜਿਵੇਂ ਕੱਲ ਆਪ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਪ੍ਰਮਾਣ ਪ੍ਰਸੰਗ ਵੀ ਇਹਦੇ ਵਿੱਚ ਸੁਣਿਆ ਕਿ ਕਿਵੇਂ ਮਹਾਂਪੁਰਖਾਂ ਦੇ ਪਵਿੱਤਰ ਹੱਥ ਲੱਗਣ ਦੇ ਨਾਲ ਜਿਹੜੇ ਮਹਾਂਪੁਰਖ 101 ਜਾਂ 125 ਦੇ ਕਰੀਬ ਜੋ ਵੀ ਜਿੰਨਾ ਵੀ ਉਹ ਜਾਪ ਕਰਦੇ ਸਨ, ਭਾਵ ਬਹੁਤ ਜ਼ਿਆਦਾ 22 ਘੰਟੇ ਦਾ ਉਹਨਾਂ ਦਾ ਇਹ ਸਿਮਰਨ ਨਿਤਨੇਮ ਜਾਪ ਦਾ ਜਿਹੜਾ ਵਿਧਾਨ ਬਣਿਆ ਹੋਇਆ ਸੀ, ਨਿਯਮ ਬਣਿਆ ਹੋਇਆ ਸੀ। ਸੋ ਕਿਵੇਂ ਉਹਨਾਂ ਨੇ ਥੋੜ੍ਹਾ ਜਿਹਾ ਜਿਹੜਾ ਭੋਜਨ ਪ੍ਰਸ਼ਾਦਾ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਵਰਤਾਇਆ, ਕਿਵੇਂ ਬਰਕਤ ਪੈਂਦੀ ਹੈ। ਸੋ ਇਸ ਵਾਸਤੇ ਕਹਿੰਦੇ
ਇਹ ਜਿਹੜੀ 23ਵੀਂ ਪੌੜੀ ਹੈ ਇਹਦਾ ਜਾਪ ਕਰਨਾ ਚਾਹੀਦਾ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਤੇ ਇਸੇ ਤਰ੍ਹਾਂ ਕਹਿੰਦੇ 24 ਚਾਤਰੀ ਪ੍ਰੀਤ, 24ਵੀਂ ਪੌੜੀ ਦਾ ਜਾਪ ਕਰੇਗਾ ਤੇ ਤੇਰੇ ਜਿਹੜੇ ਸਿਆਣੇ ਸੁਗੜ ਵਿਦਵਾਨ ਲੋਕ ਹੈ ਉਹਨਾਂ ਦੇ ਨਾਲ ਤੇਰੀ ਪ੍ਰੀਤੀ ਬਣ ਆਵੇਗੀ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਆ ਹੈ। ਸੋ ਇਸ ਪੌੜੀ ਦਾ ਜਾਪ ਕਰਨ ਦੇ ਨਾਲ ਚੰਗੇ ਸੂਝਵਾਨ ਲੋਕਾਂ ਦੇ ਨਾਲ ਤੇਰੀ ਪ੍ਰੀਤੀ ਪ੍ਰੇਮ ਭਾਵ ਬਣ ਆਵੇਗਾ। ਤੇ ਪੰਚਵੀਂ ਸੀ ਆਦਰੇ ਸਭ ਕੋ ਮੋਹਨ ਰੀਤ। ਕਹਿੰਦੇ 25ਵੀਂ ਪੌੜੀ ਜੋ ਅੰਤ ਨ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ। ਇਸ ਪੌੜੀ ਦਾ ਜਾਪ ਕਰੇਗਾ ਤਾਂ ਤੈਨੂੰ ਹਰ ਪ੍ਰਕਾਰ ਦਾ ਆਦਰ ਮਾਣ ਸਤਿਕਾਰ ਸਾਰੇ ਲੋਕਾਂ ਦੇ ਵੱਲੋਂ ਮਿਲੇਗਾ ਤੇ ਤੂੰ ਸਭ ਨੂੰ ਮੋਹਣ ਵਾਲਾ, ਸਭ ਨੂੰ ਆਕਰਸ਼ਿਤ ਕਰਨ ਵਾਲਾ ਬਣ ਜਾਵੇਂਗਾ। ਇੱਥੋਂ ਤੱਕ ਆਪਾਂ ਜਪਜੀ ਸਾਹਿਬ ਦੀ ਇਕੱਲੀ ਇਕੱਲੀ ਪੌੜੀ ਦਾ ਮਹਾਤਮ ਕੱਲ ਸੁਣਿਆ ਸੀ। ਅੱਗੇ ਜਿਵੇਂ ਕਵੀ ਜੀ 26ਵੀਂ ਪੌੜੀ ਜੋ ਆ ਰਹੀ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਇਸ ਪੌੜੀ ਦੇ ਪੜ੍ਹਨ ਦਾ ਕੀ ਮਹਾਤਮ ਹੈ ਦੱਸ ਰਹੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਛੱਬੀ ਸ਼ਰਮੈ ਬਲ ਕਰੇ, ਸਬਦ ਵਿਸਿਕਾ ਜਾਪ। ਹਾਂ, ਕਹਿੰਦੇ ਜੇਕਰ ਤੇਰੇ ਨਾਲ ਕੋਈ ਛਲ ਕਰਦਾ ਹੈ, ਤੇਰੇ ਨਾਲ ਕੋਈ ਧੋਖਾ ਕਰਦਾ ਹੈ, ਤੇਰੇ ਨਾਲ ਕੋਈ ਠੱਗੀ ਕਰਦਾ ਹੈ, ਤੇ ਕਹਿੰਦੇ ਉਸ ਠੱਗੀ ਤੋਂ ਬਚਣ ਵਾਸਤੇ ਉਹਦੇ ਛਲਾਵੇ ਵਿੱਚ ਤੂੰ ਨਾ ਆਵੇਂ। ਇਸ 26ਵੀਂ ਪੌੜੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵਾਲੀ ਪੌੜੀ ਦਾ ਜਾਪ ਕਰ। ਤੇ ਬਲ ਧਰੇ ਸਪਤ ਵਿੰਸ ਕਾ ਜਾਪ। ਜੇਕਰ ਤੂੰ ਕਮਜ਼ੋਰ ਹੈ, ਬਲ ਧਾਰਨ ਕਰਨਾ ਚਾਹੁੰਦਾ, ਸ਼ਕਤੀ ਪ੍ਰਾਪਤ ਕਰਨੀ ਚਾਹੁੰਦਾ, ਤੇ ਫਿਰ ਕਹਿੰਦੇ 27ਵੀਂ ਪੌੜੀ ਦਾ ਜਾਪ ਕਰ, ਜਿਹੜੀ ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ ਵਾਲੀ ਜਿਹੜੀ ਪੌੜੀ ਹੈ, ਇਸ ਪੌੜੀ ਦਾ ਵਿਧੀ ਪੂਰਵਕ ਜਾਪ ਕਰ। 28 ਕਾ ਦੂਰ ਕੋ ਹਰੇ, ਬਜਰ ਸਮ ਪਾਪ। ਹਾਂ, ਕਹਿੰਦੇ ਜੇ ਤੈਨੂੰ ਕਿਸੇ ਪ੍ਰਕਾਰ ਦਾ ਡਰ ਭੈ ਸਤਾਉਂਦਾ ਹੈ, ਤੂੰ ਕਿਸੇ ਕੋਲੋਂ ਡਰਦਾ ਹੈ, ਤਾਂ ਕਹਿੰਦੇ 28ਵੀਂ ਪੌੜੀ ਦਾ ਜਾਪ ਕਰ। ਜੇ ਕੋਈ ਤੇਰੇ ਕੋਲੋਂ ਬਹੁਤ ਬੱਜਰ ਪਾਪ ਹੋ ਗਿਆ, ਪੱਥਰ ਦੇ ਸਮਾਨ ਕੋਈ ਵੱਡਾ ਹੀ ਪਾਪ ਹੋ ਗਿਆ, ਕੋਈ ਬੱਜਰ ਪਾਪ ਹੋ ਗਿਆ, ਤੇ ਉਹਦਾ ਦੋਸ਼ ਦੂਰ ਕਰਨ ਦੇ ਵਾਸਤੇ ਵੀ ਕਹਿੰਦੇ ਤੂੰ ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਇਸ ਪੌੜੀ ਦਾ ਜਾਪ ਕਰ। ਇਹਦੇ ਨਾਲ ਤੇਰੇ ਬੱਜਰ ਪਾਪ ਕੀਤੇ ਹੋਏ ਉਹਨਾਂ ਦਾ ਦੋਸ਼ ਵੀ ਦੂਰ ਹੋ ਜਾਵੇਗਾ ਤੇ ਇਸੇ ਪ੍ਰਕਾਰ ਤੇਰਾ ਹਰ ਪ੍ਰਕਾਰ ਦਾ ਡਰ ਭੈ ਆ ਜਿਹੜਾ ਉਹ ਦੂਰ ਹੋ ਜਾਵੇਗਾ। ਹਾਂ, ਕਹਿੰਦੇ ਜੇ ਕੋਈ ਜ਼ਹਿਰ ਪੀ ਲਵੇ, ਜ਼ਹਿਰ ਦਾ ਸੇਵਨ ਕਰ ਲਵੇ, ਜਾਂ ਵਿਖੀਆ ਕਟੈ, ਕੋਈ ਜਿਹੜਾ ਜ਼ਹਿਰੀਲਾ ਜਾਨਵਰ ਸੱਪ ਠੂਹਾਂ ਇਤਿਆਦਿਕ ਕਿਸੇ ਨੂੰ ਕੱਟ ਜਾਵੇ, ਕੋਈ ਜ਼ਹਿਰੀਲਾ ਜਿਹੜਾ ਜਾਨਵਰ ਹੈ ਉਹ ਡਸ ਲਵੇ, ਤਾਂ ਕਹਿੰਦੇ ਉਸ ਵੇਲੇ 29 ਸੇਕਾ ਝਾੜ। ਇਸ ਜ਼ਹਿਰ ਨੂੰ ਸਰੀਰ ਦੇ ਵਿੱਚ ਜਿਹੜਾ ਜ਼ਹਿਰ ਫੈਲਿਆ ਹੋਇਆ, ਵਿਉ ਫੈਲੀ ਹੋਈ ਹੈ, ਇਹਨੂੰ ਝਾੜਨ ਦੇ ਵਾਸਤੇ, ਇਹਨੂੰ ਦੂਰ ਕਰਨ ਵਾਸਤੇ ਕਹਿੰਦੇ 29ਵੀਂ ਪੌੜੀ ਦਾ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰਹਿ ਬੇ ਭੂਤ। ਇਸ ਪੌੜੀ ਦਾ ਜਾਪ ਕਰ। ਹਾਂ, ਕਹਿੰਦੇ ਜੇ ਤੂੰ ਦੁੱਧ ਦਾ ਵਜਨ ਵਧਾਉਣਾ ਚਾਹੁੰਦਾ ਕਿ ਤੇਰੇ ਦੁੱਧ ਦੇ ਵਿੱਚ ਭਾਰ ਵੱਧ ਜਾਵੇ, ਵਜਨ ਵੱਧ ਜਾਵੇ, ਤੇ ਉਸ ਵੇਲੇ ਇਹ ਦੁੱਧ ਤੇਰਾ ਜਿਹੜਾ ਗਾੜਾ ਹੋ ਜਾਵੇ, ਸੰਘਣਾ ਹੋ ਜਾਵੇ, ਤਾਂ ਕਹਿੰਦੇ 30ਵੀਂ ਪੌੜੀ ਦਾ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧ। ਇਸ ਪੌੜੀ ਦਾ ਜਾਪ ਕਰ। ਹਾਂ, ਕਹਿੰਦੇ ਇਸੇ ਤਰ੍ਹਾਂ ਏਕੀ ਛੇਕੋ 31ਵੀਂ ਪੌੜੀ ਦਾ ਜਾਪ ਉਸ ਵੇਲੇ ਕਰਨਾ ਹੈ ਜਦੋਂ ਕਹਿੰਦੇ ਤੈਨੂੰ ਬੁਖਾਰ ਜਿਹੜਾ ਕਦੇ ਲਹਿ ਜਾਂਦਾ ਹੈ, ਕਦੇ ਚੜ੍ਹ ਜਾਂਦਾ ਹੈ, ਇਸ ਤਰ੍ਹਾਂ ਦਾ ਤਾਪ ਹੋ ਜਾਵੇ, ਕਿਉਂਕਿ ਬੁਖਾਰ ਦੀਆਂ ਅਲੱਗ-ਅਲੱਗ ਕਿਸਮ ਹੈ। ਕਈ ਵਾਰ ਬੁਖਾਰ ਹੁੰਦਾ ਹੈ ਵੀ ਉਹ ਕਦੇ ਚੜ੍ਹ ਗਿਆ, ਕਦੇ ਲਹਿ ਗਿਆ, ਇਸ ਤਰ੍ਹਾਂ ਦਾ ਜਵਰ, ਇਸ ਤਰ੍ਹਾਂ ਦਾ ਤਾਪ ਸਰੀਰ ਨੂੰ ਹੋ ਜਾਂਦਾ ਹੈ। ਤੇ ਕਈ ਵਾਰ ਇਸ ਤਰ੍ਹਾਂ ਦਾ ਵੀ ਬੁਖਾਰ ਹੁੰਦਾ ਹੈ ਵੀ ਉਹ ਅੰਦਰੇ ਅੰਦਰ ਬੁਖਾਰ ਰਹਿੰਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਟਾਈਫਾਈਡ। ਉਹ ਬਾਹਰੋਂ ਨਹੀਂ ਪਤਾ ਲੱਗਦਾ, ਥਰਮਾਮੀਟਰ ਲਾ ਕੇ ਉਹ ਡਾਕਟਰ ਚੈੱਕ ਕਰਕੇ ਦੱਸਦੇ ਹੈ, ਸਾਡੇ ਬਲੱਡ ਦਾ
ਜੋ ਸੈਂਪਲ ਲੈ ਕੇ, ਤੇ ਉਹ ਟੈਸਟ ਕਰਕੇ ਦੱਸਦੇ ਆ ਵੀ ਭਾਈ ਤੈਨੂੰ ਤਾਂ ਟਾਈਫਾਈਡ ਹੈ, ਤੇਰੇ ਤਾਂ ਅੰਦਰੇ ਅੰਦਰ ਬੁਖਾਰ ਰਹਿੰਦਾ ਹੈ। ਸੋ ਕਹਿੰਦੇ ਇਸ ਤਰ੍ਹਾਂ ਦਾ ਬੁਖਾਰ ਹੋ ਜਾਵੇ ਤਾਂ ਕਹਿੰਦੇ ਉਸ ਵੇਲੇ 31ਵੀਂ ਪੌੜੀ ਦਾ ਜਾਪ ਜਿਹੜਾ ਹਮੇਸ਼ਾ ਕਦੇ ਚੜ੍ਹਦਾ ਕਦੇ ਲਹਿੰਦਾ ਹੈ, ਇਸ ਤਰ੍ਹਾਂ ਦਾ ਬੁਖਾਰ ਹੋਵੇ ਤਾਂ ਕਹਿੰਦੇ ਉਸ ਵੇਲੇ ਜਾਪ ਕਰ ਇਸ ਪੌੜੀ ਦਾ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਏ ਦੀ ਬਾਣ। ਇਸ ਪੌੜੀ ਦਾ ਜਾਪ ਕਰ, ਕਹਿੰਦੇ ਤੇਰਾ ਕਦੇ ਲਹਿਣ ਵਾਲਾ ਕਦੇ ਚੜ੍ਹਨ ਵਾਲਾ ਉਹ ਤਾਪ ਉਹ ਬੁਖਾਰ ਦੂਰ ਹੋ ਜਾਵੇਗਾ। ਦੋਕੀ ਭਾਗੈ ਤ੍ਰੈ। ਤੇ ਜਿਹੜੀ 32ਵੀਂ ਪੌੜੀ ਹੈ, ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ। ਇਸ ਪੌੜੀ ਦੇ ਪੜ੍ਹਨ ਦੇ ਨਾਲ, ਇਸ ਪੌੜੀ ਦਾ ਵਿਧੀ ਪੂਰਵਕ ਜਾਪ ਕਰਨ ਦੇ ਨਾਲ ਭਾਗੈ ਤ੍ਰੈ, ਜਿਹੜਾ ਤੇਈਆ ਤਾਪ ਹੈ ਉਹ ਦੂਰ ਹੋ ਜਾਂਦਾ ਹੈ। ਕਿਸੇ ਨੂੰ ਤੇਈਆ ਤਾਪ ਹੋ ਜਾਵੇ ਤੇ ਇਸ ਪੌੜੀ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਪ ਕਰਨਾ ਚਾਹੀਦਾ। 33 ਤਾਪ। ਤੇ ਜਿਹੜਾ 33ਵੀਂ ਪੌੜੀ ਹੈ, 1 ਦੂ ਜੀਭੋ ਲੱਖ ਹੋਹੇ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਕਹਿੰਦੇ ਇਸ 33ਵੀਂ ਪੌੜੀ ਦਾ ਜਾਪ ਕਰਨ ਦਾ ਫਲ ਮਹਾਤਮ ਕੀ ਹੋਵੇਗਾ ਕਿ 1 ਤਾਪ, ਜਿਹੜਾ ਕਹਿੰਦੇ ਤੈਨੂੰ ਬੁਖਾਰ ਚੜ੍ਹੇ ਹੀ ਰਹਿੰਦਾ ਹਮੇਸ਼ਾ, ਕਹਿੰਦੇ ਉਹ ਤਾਪ ਵੀ ਦੂਰ ਹੋ ਜਾਵੇਗਾ। ਨਿਤ ਜਵਰੀ ਚੌਕੀ ਪੜੈ, 40 ਮਾਪ। ਹਾਂ, ਇੱਕ ਹੁੰਦਾ ਨਿਤ ਜਵਰੀ, ਨਿੱਤੀ ਬੁਖਾਰ ਹੋ ਜਾਣਾ, ਨਿੱਤੀ ਬਿਮਾਰ ਹੋਇਆ ਰਹਿਣਾ ਕਿਸੇ ਨੇ। ਕਹਿੰਦੇ ਇਸ ਨੂੰ ਦੂਰ ਕਰਨ ਵਾਸਤੇ 34ਵੀਂ ਪੌੜੀ ਆਖਣ ਜੋਰ ਚੁੱਪੈ ਨਹਿ ਜੋਰ, ਇਸ ਪੌੜੀ ਦਾ ਜਾਪ ਕਰ। ਨਿਤ ਜਵਰੀ 34 ਪੜ੍ਹੈ, 40 ਮਾਪ। ਹੁਣ ਸਾਡੇ ਮਨ ਵਿੱਚ ਵੀ ਇਹ ਖਿਆਲ ਹੋਵੇਗਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਦੱਸ ਰਹੇ ਹੈ ਬ੍ਰਿਜ ਲਾਲ ਨੂੰ, ਤੇ ਉਹਨੇ ਵੀ ਇਹ ਸਵਾਲ ਜ਼ਰੂਰ ਕੀਤਾ ਹੋਵੇਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਪੌੜੀਆਂ ਪੜ੍ਹਨੀਆਂ ਕਿੰਨੇ ਵਾਰੀ ਹੈ ਤੇ ਕਿੰਨੇ ਦਿਨ ਪੜ੍ਹਨੀ ਹੈ। ਤਾਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਵਿਧੀ ਦੱਸ ਰਹੇ ਹੈ ਕਿ 40 ਮਾਪ ਕੇ ਭਾਵ ਮਿਣ ਕੇ ਤੋਲ ਕੇ, ਜਿਵੇਂ ਆਪਾਂ ਕਹਿੰਦੇ ਆ, ਇਹ ਗਿਣਤੀ ਦੱਸੀ ਹੈ। ਕਹਿੰਦੇ 40 ਦਿਨ ਤੇ 40 ਵਾਰ ਇਸ ਪੌੜੀ ਦਾ ਜਾਪ ਕਰਨਾ ਚਾਹੀਦਾ ਹੈ। ਸੋ ਇਸੇ ਪ੍ਰਕਾਰ ਕਰਮ ਮਾਂਝ 10 ਕੋ ਪੜ੍ਹੈ, ਕਰਮ ਮਾਂਝ 10 ਕੋ ਪੜ੍ਹੈ, ਅਰਥ ਮਾਹੇ 20 ਪਾਠ। ਤੇ ਫਿਰ ਅੱਗੇ ਦੱਸਦੇ ਹੈ, ਕਹਿੰਦੇ ਜੇ ਤੂੰ ਸ਼ੁਭ ਕਰਮਾਂ ਦੇ ਲਈ ਜਾਪ ਕਰਨਾ ਹੈ ਤੇ ਸ਼ੁਭ ਕਰਮਾਂ ਦੇ ਵਾਸਤੇ ਕਹਿੰਦੇ 10 ਵਾਰੀ ਇਸ ਪੌੜੀ ਦਾ ਜਾਪ ਕਰ। ਅਲੱਗ ਜਿਹੜਾ ਕਾਰਜ ਹੈ ਉਹਦੇ ਵਾਸਤੇ ਅਲੱਗ ਗਿਣਤੀ ਦੱਸੀ ਹੈ। ਦਿਨ ਦੱਸਿਆ 40 ਤੇ ਇੱਕ ਦਿਨ ਦੇ ਵਿੱਚ ਕਹਿੰਦੇ ਕਿੰਨਾ ਜਾਪ ਕਰਨਾ ਹੈ। ਕਰਮ ਮਾਂਝ 10 ਕੋ ਪੜ੍ਹੈ। ਜੇ ਤੂੰ ਸ਼ੁਭ ਕਰਮਾਂ ਦੇ ਵਾਸਤੇ ਪੜ੍ਹਦਾ ਹੈ ਜਾਂ ਵਾਹਿਗੁਰੂ ਪਰਮੇਸ਼ਰ ਦਾ ਕਰਮ ਤੇਰੇ ਉੱਤੇ ਹੋਵੇ, ਉਹਦੀ ਨਦਰ ਤੇਰੇ ਤੇ ਹੋਵੇ, ਮਿਹਰ ਹੋਵੇ, ਤਾਂ ਕਹਿੰਦੇ 10 ਵਾਰ ਪੜ੍ਹ। ਅਰਥ ਮਾਹੇ 20 ਪਾਠ, ਅਰਥ ਨਾਮ ਹੈ ਧਨ ਦਾ। ਜੇ ਤੂੰ ਧਨ ਦੀ ਮਾਇਆ ਦੀ ਪ੍ਰਾਪਤੀ ਵਾਸਤੇ ਪੜ੍ਹਨਾ ਹੈ ਤਾਂ ਰੋਜ਼ਾਨਾ 20 ਵਾਰ ਜਾਪ ਕਰਨਾ ਇੱਕ ਪੌੜੀ ਦਾ। ਤੇ ਇਸੇ ਪ੍ਰਕਾਰ ਫਿਰ ਅੱਗੇ ਵੀ ਗਿਣਤੀ ਦੱਸ ਰਹੇ ਹਨ। ਹਾਂ, ਕਹਿੰਦੇ ਜੇ ਤੂੰ ਕੋਈ ਕਾਮਨਾ ਪੂਰੀ ਕਰਨ ਵਾਸਤੇ, ਕੋਈ ਤੇਰੇ ਮਨ ਦੀ ਇੱਛਾ ਹੈ ਤੇ ਉਹ ਇੱਛਾ ਨੂੰ ਪੂਰੀ ਕਰਨ ਵਾਸਤੇ ਪੜ੍ਹਦਾ ਹੈ ਤਾਂ ਕਹਿੰਦੇ ਫਿਰ ਕਹਿੰਦੇ ਤੂੰ 30 ਵਾਰ ਇੱਕ ਦਿਨ ਦੇ ਵਿੱਚ ਜਾਪ ਕਰਨਾ ਇੱਕ ਪੌੜੀ ਦਾ। 40 ਮੁਕਤ ਸੋ ਰਾਠ। ਜੇ ਤੂੰ ਮੁਕਤੀ ਚਾਹੁੰਦਾ ਹੈ, ਸੋ ਰਾਠ ਸ੍ਰੇਸ਼ਟ ਮੁਕਤੀ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ 40 ਦਿਨ ਫਿਰ 40 ਵਾਰ ਰੋਜ਼ਾਨਾ ਇਹਨਾਂ ਪੌੜੀਆਂ ਦਾ ਜਾਪ ਕਰ। ਹਾਂ, ਕਹਿੰਦੇ ਜੇ ਤੂੰ ਪੰਗਤ ਆਪਣੇ ਰਿਸ਼ਤੇਦਾਰਾਂ, ਸਕੇ ਸੰਬੰਧੀਆਂ, ਜਿੰਨੇ ਵੀ ਤੇਰੇ ਘਰ ਦੇ ਜਾਂ ਤੇਰੇ ਮਿਲਣ ਵਾਲੇ ਹੈ, ਉਹਨਾਂ ਦੇ ਵਿੱਚ ਆਦਰ ਮਾਣ ਸਤਿਕਾਰ ਪਾਉਣਾ ਚਾਹੁੰਦਾ ਹੈ ਤਾਂ ਕਹਿੰਦੇ ਤੂੰ 35ਵੀਂ ਪੌੜੀ ਦਾ ਜਾਪ ਕਰ। ਰਾਤੀ ਰੁੱਤੀ ਥਿੱਤੀ ਵਾਰ ਇਸ ਪੌੜੀ ਦਾ ਜਾਪ ਕਹਿੰਦੇ ਕਰੇਗਾ ਤਾਂ ਤੈਨੂੰ ਹਰ ਪ੍ਰਕਾਰ ਦੇ ਮਾਣ ਸਨਮਾਨ ਦੀ, ਆਦਰ ਦੀ ਪ੍ਰਾਪਤੀ ਹੋਵੇਗੀ। ਤੇ ਇਸੇ ਪ੍ਰਕਾਰ 36 ਗੜ੍ਹ, ਜੇ ਤੂੰ ਕੋਈ ਗੜ੍ਹ, ਕੋਈ ਕਿਲਾ ਫਤਿਹ ਕਰਨਾ ਚਾਹੁੰਦਾ ਹੈ ਤਾਂ ਉਸ ਵੇਲੇ 36ਵੀਂ ਪੌੜੀ ਧਰਮ ਖੰਡ ਕਾ ਇਹੋ, ਧਰਮ ਗਿਆਨ ਖੰਡ ਕਾ ਆਖੋ ਕਰਮ, ਇਸ ਪੌੜੀ ਦਾ ਵਿਧੀ ਪੂਰਵਕ ਜਾਪ ਕਰ। ਤੇ ਇਸੇ ਪ੍ਰਕਾਰ ਸੂਰ ਕਾਜ 37, ਜੇ ਤੂੰ ਕੋਈ ਸੂਰਮਕਤੀ ਵਾਲਾ ਕੰਮ ਕਰਨਾ ਚਾਹੁੰਦਾ, ਤੂੰ ਕਿਸੇ ਦੁਸ਼ਟ ਨੂੰ, ਗੰਗੂ ਚੰਦੂ ਵਰਗੇ ਨੂੰ ਸੋਧਣਾ ਚਾਹੁੰਦਾ ਨਾ, ਗੁਰੂ ਗ੍ਰੰਥ ਪੰਥ ਦਾ ਜਿਹੜਾ ਦੁਖੀ ਹੈ
ਉਹਨੂੰ ਸੋਧਣਾ ਚਾਹੁੰਦਾ ਹੈ ਤਾਂ ਉਸ ਵੇਲੇ ਕਹਿੰਦੀ 37ਵੀਂ ਪੌੜੀ ਦਾ ਜਾਪ ਕਰਕੇ ਜਾਈ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਇਸ ਪੌੜੀ ਦਾ ਜਾਪ ਕਰ। ਹਾਂ, 38ਵੀਂ ਪੌੜੀ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਕਹਿੰਦੇ ਇਸ ਪੌੜੀ ਦਾ ਜਾਪ ਕਹਿੰਦੇ ਉਸ ਵੇਲੇ ਕਰ ਜਦੋਂ ਤੂੰ ਕਿਸੇ ਸਾਧੂ ਸੰਤ ਦੇ ਦਰਸ਼ਨ ਕਰਨ ਜਾਣਾ ਹੋਵੇ, ਤਾਂ ਕਿ ਉਹ ਸਾਧੂ ਸੰਤ ਤੈਨੂੰ ਪੂਰਾ ਕਰਨੀ ਕਮਾਈ ਵਾਲਾ ਮਿਲੇ। ਕਿਉਂਕਿ ਦੁਨੀਆ ਵਿੱਚ ਭੇਖ ਬਹੁਤ ਹੈ, ਪਖੰਡੀ ਬਹੁਤ ਨੇ। ਤੈਨੂੰ ਕੋਈ ਪਖੰਡੀ ਨਾ ਮਿਲ ਜਾਵੇ, ਤੇਰੀ ਮਾਇਆ ਤੇਰਾ ਧਨ ਸਭ ਕੁਝ ਲੁੱਟ ਕੇ ਨਾ ਲੈ ਜਾਵੇ, ਐਸਾ ਨਾ ਤੈਨੂੰ ਕੋਈ ਟੱਕਰੇ। ਪੂਰਨ ਸਾਧੂ ਦੇ ਦਰਸ਼ਨ ਕਰਨੇ ਚਾਹੁੰਦਾ ਹੈ ਤਾਂ ਕਹਿੰਦੇ ਇਸ 38ਵੀਂ ਪੌੜੀ ਦਾ ਜਾਪ ਕਰ। ਕੈ ਨਿਰਪ ਪੌਰ ਅਸੀਸ ਜਾਂ, ਕੈ ਨਾਮਾ ਅਥਵਾ ਦਾ, ਜਾਂ ਕਹਿੰਦੇ ਨਿਰਪ ਰਾਜੇ ਦੇ ਪੌਰ ਦੇ ਉੱਤੇ, ਰਾਜੇ ਦੇ ਦੁਆਰ ਦੇ ਉੱਤੇ ਤੂੰ ਕੋਈ ਅਸੀਸ ਅਸ਼ੀਰਵਾਦ ਦੇਣ ਜਾਣਾ ਹੈ, ਉਹਦਾ ਧੰਨਵਾਦ ਕਰਨ ਜਾਣਾ ਹੈ, ਉਹਦੀ ਪ੍ਰਸ਼ੰਸਾ ਕਰਨ ਜਾਣੀ ਹੈ, ਤਾਂ ਵੀ ਇਸ 38ਵੀਂ ਪੌੜੀ ਦਾ ਜਾਪ ਕਰਕੇ ਜਾ, ਤਾਂ ਕਿ ਜਦੋਂ ਤੂੰ ਉੱਥੇ ਜਾਵੇਂ ਉਹਦੇ ਉੱਤੇ ਚੰਗਾ ਪ੍ਰਭਾਵ ਪਵੇ, ਚੰਗਾ ਤੇਰਾ ਆਦਰ ਸਤਿਕਾਰ ਉੱਥੇ ਹੋਵੇ। ਕਿਉਂਕਿ ਕਈ ਵਾਰ ਹੁੰਦਾ ਹੈ ਵੀ ਰਾਜਿਆਂ ਦੇ ਮੰਤਰੀਆਂ ਦੇ ਦੁਆਰੇ 'ਤੇ ਲੋਕ ਜਾਂਦੇ ਹੈ ਅਤੇ ਉਹ ਜਾਂਦੇ ਕਿਸੇ ਹੋਰ ਭਾਵਨਾ ਕਰਕੇ ਆ, ਪਰ ਉੱਥੇ ਲੈਣੇ ਦੇ ਦੇਣੇ ਪੈ ਜਾਂਦੇ ਆ। ਕਈ ਵਾਰੀ ਉੱਥੇ ਕੋਈ ਨਾ ਕੋਈ ਹੋਰ ਬਹਾਨਾ ਬਣ ਜਾਂਦਾ, ਕੋਈ ਲੜਾਈ ਝਗੜਾ ਹੋ ਜਾਂਦਾ ਹੈ ਅਤੇ ਉਹ ਜਿਹੜਾ ਕਾਰਜ ਕਰਨ ਗਿਆ ਉਹ ਪੁੱਠਾ ਪੈ ਜਾਂਦਾ, ਉਹਦੇ ਵਿੱਚ ਸਫਲਤਾ ਹੋਵੇ। ਰਾਜੇ ਦੇ ਦੁਆਰੇ ਦੇ ਉੱਤੇ ਗਿਆ, ਇਸ ਕਰਕੇ ਕਹਿੰਦੇ ਇਸ 38ਵੀਂ ਪੌੜੀ ਕਰਮਖੰਡ ਕੀ ਬਾਣੀ ਜੋਰ ਵਾਲੀ ਦਾ ਜਾਪ ਕਰ। ਹਾਂ, ਕਹਿੰਦੇ ਜੇ ਤੂੰ ਦੇਵਤਿਆਂ ਵਾਲਾ ਤਨ ਪਾਉਣਾ ਚਾਹੁੰਦਾ, ਦੇਵਤਿਆਂ ਵਰਗਾ ਸਰੂਪ ਪਾਉਣਾ ਚਾਹੁੰਦਾ ਹੈ, ਤਾਂ ਕਹਿੰਦੇ 39ਵੀਂ ਪੌੜੀ ਜੋ ਕਵੀ ਜੀ ਦੀ ਗਿਣਤੀ ਦੇ ਹਿਸਾਬ ਨਾਲ ਬਣਦੀ ਹੈ ਅਤੇ ਜਪਜੀ ਸਾਹਿਬ ਦੀ ਅੰਤਲੀ ਪੌੜੀ ਬਣਦੀ ਹੈ। ਜਾਤ ਪਾਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਅਤੇ ਕਹਿੰਦੇ ਫਿਰ ਤੂੰ ਇਸ ਪੌੜੀ ਦਾ ਜਾਪ ਕਰ। ਸੋ 40 ਚਤੁਰਭੁਜ ਰੂਪ, ਜੇ ਤੂੰ ਚਤੁਰਭੁਜ ਨਾਮ ਹੈ ਵਿਸ਼ਨੂੰ ਭਗਵਾਨ ਦਾ, ਜੇ ਤੂੰ ਭਗਵਾਨ ਦਾ ਸਰੂਪ ਪਾਉਣਾ ਚਾਹੁੰਦਾ ਹੈ, ਭਗਵਾਨ ਦੇ ਵਿੱਚ ਲੀਨ ਹੋਣਾ ਚਾਹੁੰਦਾ ਹੈ, ਤਾਂ ਕਹਿੰਦੇ 40ਵੀਂ ਪੌੜੀ ਭਾਵ ਜਿਹੜਾ ਸਲੋਕ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਇਸ 40ਵੀਂ ਪੌੜੀ ਦਾ ਭਾਵ ਇਸ ਸਲੋਕ ਦਾ ਜਾਪ ਕਰ, ਤੂੰ ਭਗਵਾਨ ਦਾ ਸਰੂਪ ਹੋ ਜਾਏਗਾ, ਭਗਵਾਨ ਵਰਗਾ ਤੇਰਾ ਸਰੂਪ ਹੋ ਜਾਏਗਾ, ਤੂੰ ਭਗਵਾਨ ਵਿੱਚ ਇੱਕਮਿਕ ਲੀਨ ਹੋ ਜਾਵੇਂਗਾ। ਹਾਂ, ਕਹਿੰਦੇ 4 ਭਾਂਤ ਦਾ ਜਾਪ ਹੈ ਜਪਜੀ ਸਾਹਿਬ ਦਾ। ਕਹਿੰਦੇ ਇੱਕ ਤਾਂ ਹੈ ਜਪਣਾ ਜੀਭਾ ਦੇ ਨਾਲ, ਉਹਨੂੰ ਪੜ੍ਹ ਕੇ ਜਾਪ ਕਰਨਾ। ਇੱਕ ਲਿਖ ਉੱਤੇ ਲਿਖ ਕੇ ਪੋਥੀਆਂ ਗੁੱਟ ਕੇ ਜਪਜੀ ਸਾਹਿਬ ਦਾ ਪਾਠ ਲਿਖ ਕੇ ਅੱਗੇ ਗੁਰਸਿੱਖਾਂ ਨੂੰ ਪੜ੍ਹਨ ਦੇ ਹਿੱਤ ਦੇਣਾ, ਇਹ ਵੀ ਜਪਜੀ ਸਾਹਿਬ ਦਾ ਜਾਪ ਹੈ। ਇਹਦਾ ਵੀ ਬਹੁਤ ਵੱਡਾ ਫਲ ਮਹਾਤਮ ਹੈ। ਅਤੇ ਇਸੇ ਪ੍ਰਕਾਰ ਭੋਜਨ, ਜਦੋਂ ਤੂੰ ਭੋਜਨ ਛਕਦਾ ਹੈ ਉਸ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ, ਜਾਂ ਭੋਜਨ ਛਕਣ ਤੋਂ ਬਾਅਦ। ਜਥੇ ਦਾ ਦਮਦਮੀ ਟਕਸਾਲ ਦਾ ਇੱਕ ਨਿਯਮ ਹੈ ਗੁਰਮੁਖ ਪਿਆਰਿਓ, ਕਿ ਜਿਸ ਵੀ ਘਰ ਦੇ ਵਿੱਚ ਗੁਰਮੁਖ ਪਿਆਰੇ ਸ਼ਰਧਾ ਭਾਵਨਾ ਦੇ ਨਾਲ ਲੈ ਕੇ ਜਾਂਦੇ ਆ ਵੀ ਗਿਆਨੀ ਜੀ ਸਾਡੇ ਘਰ ਆਓ, ਖਾਲਸਾ ਜੀ ਸਾਡੇ ਘਰ ਆਓ, ਸਾਡੇ ਘਰ ਚਰਨ ਪਾਓ, ਸਾਡਾ ਘਰ ਸੰਗਤ ਦੇ ਚਰਨ ਪਾਇਆ, ਜਥੇ ਦੇ ਚਰਨ ਪਾਇਆ ਪਵਿੱਤਰ ਹੋਵੇ, ਮਹਾਂਪੁਰਖਾਂ ਦੇ ਚਰਨ ਸਾਡੇ ਘਰ ਵਿੱਚ ਪੈਣ। ਅਤੇ ਮਹਾਂਪੁਰਖਾਂ ਨੇ ਪੁਰਾਤਨ ਸਮੇਂ ਤੋਂ ਹੀ ਇੱਕ ਨਿਯਮ ਬਣਾਇਆ ਹੋਇਆ ਹੈ ਵੀ ਜਿਸ ਘਰੋਂ ਕੁਝ ਵੀ ਛਕਿਆ, ਚਾਹੇ ਪਾਣੀ ਦਾ ਘੁੱਟ ਵੀ ਪੀਤਾ ਹੈ, ਉਹਨਾਂ ਦੇ ਨਿਮਿੱਤ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ। ਅਤੇ ਅੱਜ ਵੀ ਭਾਵਨਾ ਵਾਲੇ ਗੁਰਸਿੱਖ ਗੁਰੂ ਕੇ ਸਿੱਖਾਂ ਨੂੰ ਘਰਾਂ ਦੇ ਵਿੱਚ ਬੁਲਾਉਂਦੇ ਹੈ, ਅਤੇ ਜਿਹੜੇ ਸੁਚੇਤ ਸਿੰਘ ਹਨ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਹੈ, ਟਕਸਾਲ ਦੇ ਵਿੱਚ ਜੋ ਗੁਰਮਤਿ ਮਰਿਆਦਾ ਸਿਖਾਈ ਜਾਂਦੀ ਹੈ, ਤਾਂ ਉਹ ਗੁਰੂ ਕੇ ਸਿੱਖ ਫਿਰ ਜ਼ਰੂਰ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਉਸ ਪਰਿਵਾਰ ਦੇ ਨਿਮਿੱਤ ਕਰਦੇ ਹੈ, ਤਾਂ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਨਾਂ ਨੂੰ ਸੇਵਾ ਭਾਵਨਾ ਐਵੇਂ ਹੀ ਬਖਸ਼ਿਸ਼ ਕਰਦੇ ਰਹਿਣ, ਗੁਰੂ ਕੀਆਂ ਸੰਗਤਾਂ ਦਾ ਮੇਲ ਮਿਲਾਪ ਹੁੰਦਾ ਰਹੇ। ਸੋ ਭੋਜਨ ਛਕਣ ਛਕਾਉਣ ਵੇਲੇ ਵੀ ਕਹਿੰਦੇ ਜਪਜੀ ਸਾਹਿਬ ਦਾ ਪਾਠ ਇਹ ਤੀਜੇ ਪ੍ਰਕਾਰ ਹੋ ਗਿਆ। ਅਤੇ ਅਖੈ ਸਰੂਪ ਜੋ ਨਾਸ਼ ਤੋਂ ਰਹਿਤ ਪਰਮੇਸ਼ਰ ਪਾਰ ਬ੍ਰਹਮ ਵਾਹਿਗੁਰੂ ਹੈ, ਉਹਦੇ ਸਰੂਪ ਦੇ ਵਿੱਚ ਲੀਨ ਹੋਣ ਦੇ ਲਈ ਇਹ ਕਾਮਨਾ ਰੱਖ ਕੇ ਵੀ ਕਹਿੰਦੇ ਇਹ ਜਪਜੀ ਸਾਹਿਬ ਦਾ ਚੌਥੀ ਪ੍ਰਕਾਰ ਦਾ ਪਾਠ ਕਰੇ। ਜਪ ਮੈਂ ਮਾ ਪੌੜੀ ਪੜੈ, ਕਰ ਹੈ ਗੁਰ ਸੰਗ ਪ੍ਰੀਤ
ਰੀਤਾ। ਜਪਜੀ ਸਾਹਿਬ ਦੀਆਂ ਪੌੜੀਆਂ ਦੀ ਜਿਹੜੀ ਇਕੱਲੀ ਦੀ ਮਹਿਮਾ ਲਿਖੀ ਹੋਈ ਹੈ, ਜੋ ਕਥਾ ਆਪਾਂ ਸੁਣੀ ਹੈ, ਕਹਿੰਦੇ ਜਿਹੜਾ ਵੀ ਗੁਰੂ ਕਾ ਸਿੱਖ ਇਸ ਨੂੰ ਬੜੇ ਪ੍ਰੇਮ ਦੇ ਨਾਲ ਇਸ ਮਹਿਮਾ ਨੂੰ ਪੜ੍ਹੇਗਾ, ਸੁਣੇਗਾ, ਉਹਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੀਤੀ ਵੱਧ ਜਾਵੇਗੀ, ਪ੍ਰੇਮ ਬਣ ਜਾਵੇਗਾ। ਤੇ ਜਿਹਦਾ ਇਸ ਪ੍ਰਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਨ ਨਿਸ਼ਚਾ ਹੋ ਗਿਆ, ਪੂਰਨ ਵਿਸ਼ਵਾਸ, ਦ੍ਰਿੜ ਵਿਸ਼ਵਾਸ ਜਿਨ੍ਹਾਂ ਦਾ ਹੋ ਗਿਆ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੋਏ ਸਫਲ ਤੇ ਰੀਤ। ਉਹਦੀ ਹਰ ਪ੍ਰਕਾਰ ਦੀ ਰੀਤੀ, ਹਰ ਪ੍ਰਕਾਰ ਦੇ ਨਾਲ ਹੀ ਪੜ੍ਹਿਆ ਹੋਇਆ। ਜਿਹੜੀਆਂ ਇਹ ਚਾਰ ਵਿਧੀਆਂ ਦੱਸੀਆਂ, ਚਾਰਾਂ ਵਿੱਚੋਂ ਕਿਸੇ ਪ੍ਰਕਾਰ ਵੀ, ਚਾਹੇ ਜਪ ਕੇ, ਚਾਹੇ ਲਿਖ ਕੇ, ਚਾਹੇ ਭੋਜਨ ਪ੍ਰਸ਼ਾਦੇ ਵੇਲੇ, ਚਾਹੇ ਅਖੈਰ ਸਰੂਪ ਵਿੱਚ ਲੀਨ ਹੋਣ ਵਾਸਤੇ, ਕਹਿੰਦੇ ਉਹਦਾ ਸਫਲਾ ਹੋਵੇਗਾ। ਹਾਂ, ਬ੍ਰਿਜ ਲਾਲ ਜੀ ਕਹਿੰਦੇ ਇਹ ਜਿਹੜਾ ਗੁਰ ਨਾਨਕ ਮੁਖ ਮੰਤ, ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮੰਤਰ ਹੈ ਜਪਜੀ ਸਾਹਿਬ। ਤੇ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਬਿਧ ਭਲੇ ਪ੍ਰਕਾਰ ਕਰਕੇ ਵਿਧੀ ਪੂਰਵਕ ਮੈਨੂੰ ਚੰਗੀ ਤਰ੍ਹਾਂ ਸਮਝਾ ਕੇ ਇਹ ਸਭ ਗੱਲਾਂ ਜੋ ਉੱਪਰ ਦੱਸੀਆਂ ਹਨ ਮੈਨੂੰ ਸਮਝਾਈਆਂ। ਕਹਿੰਦੇ ਇਸ ਜਪਜੀ ਸਾਹਿਬ ਦੇ ਪਾਠ ਨੂੰ ਗੁਰ ਰਾਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀਆਂ ਦੇ ਵਿੱਚ ਲਿਖਿਆ। ਤੇ ਇਸੇ ਪ੍ਰਕਾਰ ਸਤਿਗੁਰ ਸਨਮੁਖ ਸੁਖ ਸੰਤ, ਸਤਿਗੁਰੂ ਜੀ ਦੇ ਸਨਮੁਖ ਰਹਿਣ ਵਾਲੇ ਸੰਤ ਸਰੂਪ ਭਾਈ ਗੁਰਦਾਸ ਜੀ, ਸੋ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੀੜ ਲਿਖਾਈ ਹੈ, ਉਸ ਵੇਲੇ ਇਸ ਜਪਜੀ ਸਾਹਿਬ ਦੇ ਪਾਠ ਨੂੰ ਪੋਥੀ ਪਰਮੇਸ਼ਰ ਕਾ ਥਾਨ ਜਾਂ ਜੋ ਪਹਿਲੀ ਬੀੜ ਦੀ ਜਦੋਂ ਸੰਪਾਦਨਾ ਹੋਈ ਆਰੰਭਤਾ ਦੇ ਵਿੱਚ ਲਿਖਿਆ। ਤੇ ਕਹਿੰਦੇ ਸਤਿਗੁਰੂ ਜੀ ਨੇ ਇਹ ਵੀ ਬਚਨ ਕੀਤਾ ਵੀ ਜਿੰਨੇ ਸਾਧਨ ਉੱਤੇ ਪ੍ਰਗਟ ਕਰਕੇ ਦੱਸਿਆ। ਸਾਧਨ ਕਹਿੰਦੇ ਆ ਜਦੋਂ ਆਪਾਂ ਇੱਕ ਵਾਰ ਪਾਠ ਪੜ੍ਹਦੇ ਆ ਉਹਨੂੰ ਕਹਿੰਦੇ ਆਪਾਂ ਪਾਠ ਕਰਨਾ। ਜਦੋਂ ਇੱਕੋ ਹੀ ਸ਼ਬਦ ਦਾ ਬਾਰ-ਬਾਰ ਜਾਪ ਕਰਨਾ ਹੋਵੇ ਕਿਸੇ ਖਾਸ ਕਾਰਜ ਸਿੱਧੀ ਵਾਸਤੇ ਉਹਨੂੰ ਕਹਿੰਦੇ ਆ ਪ੍ਰਯੋਗ ਕਰਨਾ ਜਾਂ ਸਾਧਨ ਕਰਨਾ। ਕਹਿੰਦੇ ਜੋ ਉੱਪਰ 40 ਪੌੜੀਆਂ ਦੇ ਇਹ ਸਾਧਨ ਦੱਸੇ ਆ ਵੀ ਕਿਹਦਾ ਮਹਾਤਮ ਕੀ ਹੈ, ਕਿਹਦਾ ਕਿਵੇਂ ਜਾਪ ਕਰਨਾ ਹੈ, ਇਹ ਸਾਰੇ ਪ੍ਰਗਟ ਕਰਕੇ ਪ੍ਰਤੱਖ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਦੱਸੇ ਹੈ। ਕਹਿੰਦੇ ਇਹ ਕਿਸੇ ਦੁਸ਼ਟ ਬੰਦੇ ਨੂੰ ਨਹੀਂ ਦੱਸਣੇ, ਜਿਹਦੀ ਭਾਵਨਾ ਨਹੀਂ ਗੁਰੂ ਦੇ ਉੱਤੇ, ਜਿਹੜਾ ਗੁਰੂ ਘਰ ਨੂੰ ਮੰਨਦਾ ਨਹੀਂ, ਐਸੇ ਦੁਸ਼ਟ ਬੰਦੇ ਨੂੰ ਕਦੇ ਨਾ ਦੱਸੇ ਗੁਰੂ ਕਾ ਸਿੱਖ। ਹਾਂ, ਜਦੋਂ ਕਿਸੇ ਸਾਧੂ ਮਹਾਤਮਾ ਗੁਰਸਿੱਖ ਦੀ ਸੇਵਾ ਕਰਨੀ ਹੋਵੇ ਤੇ ਉਹ ਬਹੁਤ ਸ਼ਰਧਾ ਭਾਵਨਾ ਦੇ ਨਾਲ ਕਰਕੇ ਤੇ ਇਸੇ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਕਰਕੇ ਕਹਿੰਦੇ ਉਹ ਬਹੁਤ ਚੰਗੀ ਤਰ੍ਹਾਂ ਫਲੀਭੂਤ ਹੁੰਦੀ ਆ, ਫਲਦਾਇਕ ਹੁੰਦੀ ਹੈ। ਉਸਤਤ ਕਹਿੰਦੇ ਨੇ ਬਿਨਾਂ ਕਿਸੇ ਕਾਰਜ ਤੋਂ ਕਿਸੇ ਦੀ ਖੁਸ਼ਾਮਦੀ ਕਰੀ ਜਾਣੀ। ਅਗਲਾ ਇੰਨੇ ਜੋਗਾ ਹੋਵੇ ਨਾ ਤੇ ਐਵੇਂ ਬਿਨਾਂ ਗੱਲ ਤੋਂ, ਜਿਹਨੂੰ ਪੰਜਾਬੀ 'ਚ ਆਪਾਂ ਠੇਠ ਬੋਲੀ 'ਚ ਕਹਿੰਦੇ ਆ ਪੰਪ ਮਾਰਨੇ, ਐਵੇਂ ਖੁਸ਼ਾਮਦ ਕਰੀ ਜਾਣੀ, ਉਹਨੂੰ ਕਹਿੰਦੇ ਆ ਉਸਤਤ। ਤੇ ਨਿੰਦਾ ਵੀ ਅਗਲੇ ਨੇ ਉਹ ਮਾੜਾ ਕਰਮ ਕੀਤਾ ਨਾ ਹੋਵੇ ਐਵੇਂ ਉਹਦੇ ਉੱਤੇ ਦੂਸ਼ਣ ਆਰੋਪਣੇ, ਉਹਨੂੰ ਕਿਹਾ ਜਾਂਦਾ ਨਿੰਦਾ। ਕਹਿੰਦੇ ਉਸਤਤ ਅਤੇ ਨਿੰਦਾ ਦੋਵਾਂ ਨੂੰ ਪਰਹਰੇ, ਦੋਵਾਂ ਦਾ ਤਿਆਗ ਕਰ ਦੇਵੇ। ਤੇ ਕਲਹ ਈਰਖਾ ਮਾਨ, ਜੋ ਕਲਹ ਕਲੇਸ਼ ਹੈ, ਲੜਾਈ ਝਗੜਾ, ਇਹ ਤੋਂ ਦੂਰ ਰਹੇ। ਈਰਖਾ ਨਾ ਕਰੇ, ਕਿਸੇ ਦੀ ਸਫਲਤਾ ਨੂੰ ਵੇਖ ਕੇ ਮਨ ਦੇ ਵਿੱਚ ਸੜੇ ਭੁੱਜੇ ਨਾ, ਇਹਨੂੰ ਕਹਿੰਦੇ ਈਰਖਾ। ਜੈਲਸ ਨਾ ਕਰੇ ਕਿਸੇ ਨਾਲ, ਈਰਖਾ ਨਾ ਕਰੇ। ਤੇ ਮਾਣ, ਜਿਹੜਾ ਹਉਮੈ ਹੰਕਾਰ ਹੈ, ਉਹਦਾ ਤਿਆਗ ਕਰ ਦੇਵੇ। ਹਾਂ, ਕਹਿੰਦੇ ਗੁਰੂ ਕੇ ਜਿਹੜੇ ਬਚਨ ਆ ਨਾ, ਕਹਿੰਦੇ ਇਹਨਾਂ ਨੂੰ ਇਉਂ ਜਾਣੋ ਜਿਵੇਂ ਬਾਕੀ ਧਰਮ ਪੁਸਤਕਾਂ ਦੇ ਵਿੱਚ, ਵੇਦਾਂ ਦੇ ਵਿੱਚ, ਗਿਆਨਵਾਨ ਪੁਸਤਕਾਂ ਦੇ ਵਿੱਚ ਗਿਆਨ ਦੇ ਬਚਨ ਲਿਖੇ ਹੁੰਦੇ ਆ ਨਾ, ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਪਜੀ ਸਾਹਿਬ ਵਿੱਚ ਕੀਤੇ ਹੋਏ ਬਚਨ ਹਨ। ਹਾਂ, ਕਹਿੰਦੇ ਸਭ ਸੰਤਨ ਪ੍ਰਮਾਣ, ਸਾਰੇ ਸਾਧੂ ਸੰਤ ਉਹਨਾਂ ਨੇ ਪ੍ਰਮਾਣਿਕ ਤੌਰ ਤੇ ਇਹ ਗੱਲ ਮੰਨੀ ਹੋਈ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਯਥਾਰਥ ਹਨ। ਇਹਨਾਂ ਵਿੱਚ ਕੋਈ ਅੱਤ ਕਥਨੀ ਨਹੀਂ ਹੈ, ਇਹਨਾਂ ਵਿੱਚ ਕੋਈ ਹੋਰ ਕੋਈ ਊਣਤਾ ਹੀ ਨਹੀਂ ਹੈ।
ਇਹ ਬਿਲਕੁਲ ਯਥਾਰਥ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਬਾਣੀ ਹੈ। ਸੋ ਸਮੇਂ ਦੀ ਸਮਾਪਤੀ ਹੈ। ਅੱਗੇ ਸਵਈਏ ਦੇ ਅਰਥ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਕਰਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਅਰਦਾਸ ਕਰਿਓ ਸ਼ੁੱਧਤਾ ਦੇ ਵਾਸਤੇ। ਆਪ ਜੀ ਦੇ ਚਰਨਾਂ ਕਮਲਾਂ ਦੀ ਸੇਵਾ ਇਸੇ ਪ੍ਰਕਾਰ ਕਰਦੇ ਰਹੀਏ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਵੇਦ ਬਚਨ ਸਮ ਗੁਰ ਬਚਨਾ ਸਭ ਸੰਤਨ ਪਰਮਾਨ। हे गोविंद हे गोपाल हे दयाल लाल प्राणनाथ अनाथ सखे